ਕਿਹਦੀ ਵੌਇਸ? ਯੈਸ ਸਰ। ਹੁਣ ਠੀਕ ਆ ਸਰ, ਹੁਣ ਠੀਕ। ਬਾਕੀ ਸਾਰਿਆਂ ਨੂੰ ਠੀਕ ਆ ਹੁਣ? ਯੈਸ ਯੈਸ ਸਰ। ਸਰ। यस सर। यस सर। ਸ਼ੁਕਰ ਹੈ। ਅੱਛਾ ਹੁਣ ਦੇਖ ਲਓ। ਸਰ ਮੈਂ ਤਾਂ ਅਰੁਣ ਈਅਰਫੋਨ ਲਗਾਇਆ ਹੋਏ ਨੇ ਬੱਚੇ? ਹਾਂਜੀ ਸਰ। ਦੇਖ ਭਰਾਵਾ, ਮੈਨੂੰ ਤੇਰੀ ਆਵਾਜ਼ ਸਹੀ ਆ ਰਹੀ ਹੈ ਤਾਂ ਵਾਈਸ ਵਰਸਾ ਵੀ ਹੋਣਾ ਚਾਹੀਦਾ ਹੈ। ਮੇਰੀ ਆਵਾਜ਼ ਸਹੀ ਤਰੀਕੇ ਨਾਲ ਤੁਹਾਨੂੰ ਵੀ ਸੁਣਨੀ ਚਾਹੀਦੀ ਹੈ। ਵੋਲਿਊਮ ਇਨਕਰੀਜ਼ ਕਰਕੇ ਦੇਖ ਲਓ, ਚੇਂਜ ਕਰਕੇ ਦੇਖ ਲਓ। ਕੋਹਲੀ ਸਾਹਿਬ ਸੁਣ ਕੇ ਤੁਹਾਡੀ ਗੁੱਡ ਈਵਨਿੰਗ। ਹੁਣ ਆਪਾਂ ਸਪੀਡ ਤੇ ਕੁਐਸਚਨਸ ਪਿਕ ਕਰੀਏ ਤੇ ਕਰੀਏ ਕੰਮ ਜਾ, ਠੀਕ ਹੈ। ਸਟੇਟਮੈਂਟ ਦੇਖੋ, ਅ ਡਿਸਕ ਇਜ਼ ਰੋਲਿੰਗ, ਸਟੇਟਮੈਂਟ ਨੋਟ ਕਰ ਲਓ ਸਾਰੇ, ਔਨ ਦਾ ਗਰਾਊਂਡ, its mass is 500 gram and radius is 20 centimeter and moving at 180 rpm. Calculate, ਹੁਣ ਧਿਆਨ ਨਾਲ ਕੁਐਸਚਨ ਸਮਝ ਲਿਓ, ਕਰ ਲਿਓ, ਟਰਾਈ ਕਰਿਓ, ਠੀਕ ਹੈ, ਜ਼ਰੂਰੀ ਹੈ ਤਾਂ ਹੀ ਚੀਜ਼ਾਂ ਕਲੀਅਰ ਹੋਣਗੀਆਂ। ट्रांसलेशनल काइनेटिक एनर्जी फर्स्ट पार्ट है, सेकंड पार्ट है रोटेशनल काइनेटिक एनर्जी, फिर थर्ड पार्ट है टोटल काइनेटिक एनर्जी। ये अपने को हो गया जनरल मोशन। जनरल मोशन की होंगे जिस च ट्रांसलेशनल मोशन होंगे प्लस रोटेशनल होंगे। याद है सारिਆਂ ਨੂੰ? मूवमेंट ऑफ इनर्शिया च दस्सिया सीगा, ਜਦੋਂ बॉडी रोटेट करती है ਤੇ ਅੱਗੇ ਮੂਵ ਕਰਦੀ ਹੈ ਤਾਂ ਉਸ ਦੇ ਵਿੱਚ ਆਪਣੇ ਕੋਲ ਰੋਟੇਟਰੀ ਮੋਸ਼ਨ ਵੀ ਹੁੰਦਾ, ਉਸ ਦੇ ਵਿੱਚ ਆਪਣੇ ਕੋਲ ਟਰਾਂਸਲੇਸ਼ਨਲ ਵੀ ਹੁੰਦਾ। ਦੋਨਾਂ ਦੇ ਕੰਬੀਨੇਸ਼ਨ ਨੂੰ ਕੀ ਕਹਿੰਦੇ ਆਪਾਂ? ਜਨਰਲ ਮੋਸ਼ਨ। ਯਾਦ ਆ ਸਾਰਿਆਂ ਨੂੰ? ਤਾਂ ਆਪਣੇ ਕੋਲ ਡਿਸਕ ਦਿੱਤੀ ਹੋਈ ਹੈ। ਆਵਾਜ਼ ਸਹੀ ਆ ਰਹੀ ਹੈ ਸਾਰਿਆਂ ਨੂੰ? ਯੈਸ ਨੋ? ਯੈਸ ਸਰ। ਸ਼ੁਕਰ ਹੈ। ਜਿਸ 'ਚ ਮਾਸ ਆਪਣੇ ਕੋਲ ਹੈ 500 ਗ੍ਰਾਮ, ਰੇਡੀਅਸ ਹੈ 20 ਸੈਂਟੀਮੀਟਰ ਤੇ 180 rpm ਤੇ ਡਿਸਕ ਰੋਟੇਟ ਕਰ ਰਹੀ ਹੈ। मतलब ओमेगा की है कांस्टेंट है, ठीक है। तो एक अपने को जो ट्रांसलेशनल, एक जो अपने को रोटेशनल। सब तो पहला रोटेशनल फाइंड कर सकते हैं आप। रोटेशनल काइनेटिक एनर्जी का फॉर्मूला की होगा अपने को? सेकंड पार्ट पहला सॉल्व करना है। रोटेशनल का फॉर्मूला की होगा? फॉर्मूला रोटेशनल काइनेटिक एनर्जी का की हुंदा हैगा? हाफ आई ओमेगा स्क्वायर। बिल्कुल सही है, हाफ आई ओमेगा स्क्वायर। ਸਿੰਪਲ ਕਾਈਨੈਟਿਕ એનર્ਜੀ ਦਾ ਕੀ ਹੁੰਦਾ ਹੈ ਜਿਸ ਨੂੰ ਆਪਾਂ ਟਰਾਂਸਲੇਸ਼ਨਲ ਕਹਿੰਦੇ ਆ, ਮਤਲਬ ਲੀਨੀਅਰ ਵਾਲੀ, ਹਾਫ ਐਮ ਵੀ ਸਕੁਅਰ। ਬਿਲਕੁਲ ਸਹੀ ਹੈ। ਤਾਂ ਮਾਸ ਦੀ ਜਗ੍ਹਾ ਤੇ ਆਈ ਹੋ ਜਾਊਗਾ, ਵੀ ਦੀ ਜਗ੍ਹਾ ਤੇ ਓਮੇਗਾ ਆ ਜਾਊ। ਸਾਰਿਆਂ ਨੂੰ ਕਲੀਅਰ? ਜਦੋਂ ਆਪਣੇ ਕੋਲ ਆਈ ਤੇ ਓਮੇਗਾ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਈ ਫਾਈਂਡ ਕਰਨਾ ਪਊ। ਆਈ ਦਾ ਫਾਰਮੂਲਾ ਕੀ ਹੋਊਗਾ ਡਿਸਕ ਵਾਸਤੇ? ਯਾਰ ਆਈ ਦਾ ਫਾਰਮੂਲਾ ਡਿਸਕ ਵਾਸਤੇ mr square by 2। mr square by 2 ਜਾਂ mr square by 4। ਜਦੋਂ ਡਿਸਕ ਰੋਟੇਟ ਹੋਊਗੀ ਉਹ ਪਰਪੈਂਡੀਕੂਲਰ ਐਕਸਿਸ ਦੇ ਅਬਾਊਟ ਰੋਟੇਟ ਹੋ ਕੇ ਪਲੇਨਰ ਐਕਸਿਸ ਦੇ ਅਬਾਊਟ, ਮਤਲਬ z ਐਕਸਿਸ ਦੇ ਅਬਾਊਟ ਹੋ ਜਾਂ xy ਐਕਸਿਸ ਦੇ ਅਬਾਊਟ। ਸੋਚੋ ਆਰਾਮ ਨਾਲ। ਟਾਇਰ ਆਪਣਾ ਰੋਟੇਟ ਹੁੰਦਾ ਹੈ ਤਾਂ ਟਾਇਰ ਕਿਵੇਂ ਰੋਟੇਟ ਹੁੰਦਾ ਹੈ? ਬੋਡੀ ਮੂਵ ਕਰਦੀ ਹੈ, ਫॉर एग्जांपल ਦਿਸ ਇਜ਼ ਟਾਇਰ, ਐਵੇਂ ਰੋਟੇਟ ਹੁੰਦੀ ਹੈ ਚੀਜ਼ ਤਾਂ ਉਹਦਾ ਐਕਸਿਸ ਕੀ ਹੁੰਦਾ ਹੈ? ਪਰਪੈਂਡੀਕੂਲਰ ਐਕਸਿਸ। ਸਾਰਿਆਂ ਨੂੰ ਦਿਖ ਰਿਹਾ ਨਾ? ਤਾਂ ਪਰਪੈਂਡੀਕੂਲਰ ਐਕਸਿਸ ਦੇ ਅਬਾਊਟ ਜਿਹੜਾ ਟਾਇਰ ਹੁੰਦਾ ਰੋਟੇਟ ਹੁੰਦਾ ਤਾਂ ਆਪਣੇ ਕੋਲ ਫਾਰਮੂਲਾ ਕੀ ਆ ਜਾਊਗਾ ਪਰਪੈਂਡੀਕੂਲਰ ਐਕਸਿਸ ਲਈ? mr ਸਕੁਅਰ ਬਾਈ 2। ਕਲੀਅਰ ਸਾਰਿਆਂ ਨੂੰ? ਤਾਂ ਆਪਣੇ ਕੋਲ ਆ z ਐਕਸਿਸ ਹੈ, ਇਸ ਦੇ ਅਬਾਊਟ ਆਪਾਂ ਨੇ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਕਰਨਾ ਹੈ। ਮਾਸ ਕਿੰਨਾ ਹੈ? 0.5 kg। ਕਲੀਅਰ ਹੈ ਸਾਰਿਆਂ ਨੂੰ? ਇੱਕ ਚੀਜ਼ ਦਾ ਧਿਆਨ ਰੱਖਿਓ, ਇਹਨਾਂ ਚੈਪਟਰ ਦੇ ਵਿੱਚ ਤੇ ਕੁਐਸਚਨ ਦੇ ਵਿੱਚ ਕੈਲਕੂਲੇਟਰ ਰਿਕੁਆਇਰਮੈਂਟ ਬਹੁਤ ਜ਼ਿਆਦਾ ਪਊਗੀ। ਕੈਲਕੂਲੇਸ਼ਨ ਜਿਹੜੀਆਂ ਹੋਣਗੀਆਂ ਪੁਆਇੰਟਾਂ 'ਚ ਹੋਣਗੀਆਂ ਤਾਂ ਕੈਲਕੂਲੇਟਰ ਚੱਕ ਕੇ ਬੈਠੋ ਰੈਗੂਲਰ ਨਾਲ ਤੁਸੀਂ। ਤੇ ਇਸ 'ਚ ਮੂੰਹ ਕੈਲਕੂਲੇਸ਼ਨ ਬਹੁਤ ਟਿਪੀਕਲ ਹੈ, ਪ੍ਰੈਫਰਡ ਨਹੀਂ ਹੈ, ਕੈਲਕੂਲੇਸ਼ਨਾਂ ਸਹੀ ਨਹੀਂ ਹੋਣਗੀਆਂ। ਸੋਲਵ ਕਰੀਏ ਉਸਨੂੰ, ਕਿੰਨਾ ਬਣ ਰਿਹਾ? 0.5 by 2 that is 0.25 into 0.2 ਦਾ ਸਕੁਅਰ, ਕਿੰਨੀ ਵੈਲਿਊ ਬਣ ਜੂ? ਇਨ kg ਮੀਟਰ ਸਕੁਅਰ। ਦੇਖੋ ਕਿੰਨਾ ਬਣਦਾ? 0.25 into 0.04। एनीवन? कितना आ रहा है आंसर?
0.01 ਬਿਲਕੁਲ ਸਹੀ ਹੈ ਦਾनिश ਦਾ ਆਨਸਰ ਸਹੀ ਹੈ 0.01 ਲੌਜਿਕ ਸਾਰਿਆਂ ਨੂੰ ਕਲੀਅਰ ਹੈ ਕਿ ਜੋ ਵੀ ਕੈਲਕੂਲੇਸ਼ਨਾਂ ਕਰਨੀਆਂ ਆਪਾਂ ਨੇ ਜ਼ਬਰਦਸਤੀ ਹੈ ਕਿ ਆਪਾਂ ਕਰਾਂਗੇ ਐਸਆਈ ਦੇ ਵਿੱਚ ਸੀਜੀਐਸ 'ਚ ਕੁਝ ਨਹੀਂ ਕਰਨਾ ਠੀਕ ਹੈ ਫਿਰ ਆਪਣੇ ਕੋਲ ਆ ਜਾਂਦਾ ਹੈਗਾ ਇੱਥੇ ਕਰ ਲੈਂਦੇ ਹਾਂ ਸੋਲਵ ਜਾ ਫਿਰ ਆਪਾਂ ਨੇ ਫਾਈਂਡ ਕਰਨਾ ਓਮੇਗਾ ਕੀ ਗਿਵਨ ਆਪਾਂ ਨੂੰ 180 rpm ਗਿਵਨ ਹੈ 180 rpm ਨੂੰ 60 ਤੇ ਡਿਵਾਈਡ ਕਰ ਦਿੰਦੇ ਆ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ 3 ਫ੍ਰੀਕੁਐਂਸੀ ਆ ਜਾਊ 3 ਹਰਟਜ਼ ਦੀ ਫ੍ਰੀਕੁਐਂਸੀ ਆ ਜਾਊ ਕਲੀਅਰ ਤਾਂ ਓਮੇਗਾ ਦਾ ਫਾਰਮੂਲਾ ਕੀ ਹੁੰਦਾ ਹੈ 2 ਪਾਈ ਇਨਟੂ ਫ੍ਰੀਕੁਐਂਸੀ 2 ਪਾਈ ਇਨਟੂ Sir। 3 ਹਾਂਜੀ ਸਰ ਆਵਾਜ਼ ਸਹੀ ਨਹੀਂ ਆ ਰਹੀ ਸਰ ਹੁਣ ਬਾਕੀਆਂ ਨੂੰ ਆ ਰਹੀ ਹੈ ਸਰ ਸਹੀ ਨਾ ਗਲਤ ਆ ਗਿਆ ਹਾਂਜੀ ਸਰ ਆਵਾਜ਼ ਕੱਟ ਸਰ ਰਹੀ ਹੈ ਜੀ ਹਾਂਜੀ ਸਰ ਵਿੱਚ ਸਰ ਉਹ ਕੱਟ ਜੀ ਰਹੀ ਹੈ ਸਰ ਆਵਾਜ਼ ਹੁਣ ਮੈਨੂੰ ਦੱਸੋ ਕੀ ਕਰ ਸਕਦੇ ਆਪਾਂ ਹੁਣ ਤਾਂ ਤੁਹਾਡੇ ਕਹਿੰਦੇ ਜ਼ੂਮ ਤੇ ਆਪਾਂ ਰੈਗੂਲਰ ਕਰ ਰਹੇ ਹਾਂ ਕਲਾਸ ਹੁਣ ਇਸ ਮੂਵਮੈਂਟ ਤੇ ਕਿਵੇਂ ਮੈਂ ਕੰਟਰੋਲ ਕਰਾਂ ਨੈਟ ਦਾ ਕਨੈਕਸ਼ਨ ਮੇਰੇ ਤੋਂ ਸਭ ਤੋਂ ਫਾਸਟੈਸਟ ਹੈ 30 Mbps ਵਾਲਾ ਠੀਕ ਹੈ ਕੀ ਹੁਣ ਤਰੀਕਾ ਕਰੀਏ ਯਾਰ ਕਨੈਕਸ਼ਨ ਇੱਥੋਂ ਕੋਈ ਪ੍ਰੋਬਲਮ ਨਹੀਂ ਸਰ ਦਿਖਾ ਰਿਹਾ ਜਿਹੜੀ i ਦੀ ਵੈਲਿਊ ਹੈ ਫਿਰ ਉਹ 0.02 ਆ ਰਹੀ ਹੈ ਕੈਲਕੂਲੇਸ਼ਨਾਂ ਦੁਆਰਾ ਦੇਖ ਲਓ ਬੱਚੇ ਮੇਰੇ ਅਕੋਰਡਿੰਗ ਤਾਂ ਇਹੀ ਆਉਣਾ ਚਾਹੀਦਾ ਹੈ ਸਰ ਮੈंने देखा कैलकुलेटर दे करके 0.5 ਮਾਸ ਹੈ ਇਨਟੂ 0.2 ਦਾ ਸਕੁਅਰ ਹੈ नहीं ठीक है सर ठीक है सर मिल गई गलती 0.01 ही आ रही है अरुण ठीक है बच्चे मिस्टेक नहीं है काइनेटिक एनर्जी ਕਿਹੜੇ ਵਾਲੀ ਬੱਚੇ ਹਾਫ ਆਈ ਓਮੇਗਾ ਸਕੁਅਰ ਮਹਿਕ ਹੁਣ ਓਮੇਗਾ ਦੀ ਵੈਲਿਊ ਪਤਾ ਲੱਗ ਗਈ ਸਾਰਿਆਂ ਨੂੰ ਜੇ ਵੌਇਸ 'ਚ ਪ੍ਰੋਬਲਮ ਆਂਦੀ ਹੈ ਤਾਂ ਤੁਹਾਨੂੰ ਵਿਜ਼ੀਬਲ ਤਾਂ ਸਹੀ ਹੋ ਰਿਹਾ ਨਾ ਤਾਂ ਉੱਥੇ ਦੇਖੋ ਹਾਫ ਆਈ ਦੀ ਵੈਲਿਊ ਆਪਾਂ ਪੁੱਟ ਕਰ ਦਿੰਨੇ ਆ 0.01 ਓਮੇਗਾ ਦੀ ਵੈਲਿਊ 6 ਪਾਈ ਸਕੁਅਰ ਬਟ ਇੱਥੇ ਧਿਆਨ ਰੱਖਣਾ ਹੈ ਜਿਹੜਾ ਪਾਈ ਆ ਉੱਥੇ 3.14 ਲੈਣਾ ਹੈ ਹਾਂਜੀ ਸਕਰੀਨ ਤੇ ਸਰ ਪੈਨ ਚੱਲਦਾ ਸਰ ਦਿਖ ਨਹੀਂ ਰਿਹਾ Yes, sir. ਸਕਰੀਨ ਤੇ ਪੈਨ ਚੱਲਦਾ ਨਹੀਂ ਦਿਖਦਾ ਪਿਆ ਹਾਂਜੀ नहीं ਸਰ चल रहा सर। ਇੱਕ ਮਿੰਟ ਇੱਥੇ ਵੀ ਕੁਝ ਲਿਖਿਆ ਆ ਰਿਹਾ ਇੱਕ ਮਿੰਟ ਹੁਣ ਵਿਜ਼ੀਬਲ ਹੈ ਹੁਣ ਕਰਸਰ ਮੂਵ ਕਰ ਰਿਹਾ ਹੈ ਯੈਸ ਸਰ Yes, sir. ਹਾਂਜੀ ਸਰ ਹੁਣ ਨੈਟ ਦੀ ਪ੍ਰੋਬਲਮ ਹੈ ਨੈਟ ਦੀ ਤਾਂ ਕੀ ਕਹਾਂਗਾ ਇੱਥੋਂ ਤਾਂ ਹੁਣ ਸਪੀਡ ਤੇ ਚੱਲਦਾ ਹੈ ਚਲ ਇਹਦੀ ਕੈਲਕੂਲੇਸ਼ਨ ਦੇਖੋ ਕਿੰਨੀ ਬਣਦੀ ਹੈ 6 ਪਾਈ ਸਕੁਅਰ ਪਾਈ ਦੀ ਵੈਲਿਊ 3.14 ਲੈਣੀ ਹੈ 6 into 3.14 ਫਿਰ ਸਾਰੇ ਦਾ ਸਕੁਅਰ into 0.01 ਡਿਵਾਈਡ ਬਾਈ 2 ਆਪਣੇ ਕੋਲ ਆਨਸਰ ਆ ਰਿਹਾ ਹੈਗਾ 1.774 ਜਾਊਲਸ 1.774 ਜਾਊਲ ਮੇਰੇ ਕੋਲ ਇਹੀ ਆਨਸਰ ਲਿਖਿਆ ਪਿਆ ਜੇ ਇਸ ਨੂੰ ਈਜ਼ੀ ਕਰਨਾ ਹੈ ਈਜ਼ੀ ਕਰ ਲਓ ਕੀ ਕਰੋ ਧਿਆਨ ਨਾਲ ਦੇਖੋ ਪਾਈ ਸਕੁਅਰ ਨੂੰ ਪਾਈ ਸਕੁਅਰ ਰਹਿਣ ਦਿੰਦੇ ਆ ਇਸ ਨੂੰ ਕਰਾਂਗੇ 0.05 that is 0.03 ਨਹੀਂ ਸੌਰੀ ਦੇਖ ਲਓ ਇਹ ਬਣ ਜਾਊਗਾ 36 ਪਾਈ ਸਕੁਅਰ into 0.01 by 2 ਇਹ ਬਣ ਜਾਊਗਾ ਕੈਂਸਲ ਹੋ ਕੇ 18.18 ਪਾਈ ਸਕੁਅਰ ਬਣ ਜੂ ਤਾਂ ਕਿਨੈਟਿਕ એનર્ਜੀ ਰੋਟੇਸ਼ਨਲ ਦੀ ਬਣ ਜੂ 0.18 ਪਾਈ ਸਕੁਅਰ ਆ ਬਣ ਗਿਆ ਵੈਲਿਊ ਸਰ ਪਾਈ ਦੀ ਵੈਲਿਊ ਵੀ ਤਾਂ ਲੈ ਸਕਦੇ ਆ ਪੁੱਟ ਕਰ ਲਓ ਮੈंने ਪਹਿਲਾਂ ਵੀ ਕੀਤੀ ਹੈ ਪਾਈ ਸਕੁਅਰ ਦੀ ਵੈਲਿਊ ਲੈਣ ਹੁੰਦੇ ਆਪਾਂ ਕਿੰਨੀ ਲੈਣ ਹੁੰਦੇ ਆ 10 ਪਾਈ ਸਕੁਅਰ ਨੂੰ ਆਪਾਂ ਲੈਣੇ 10 ਜੇ 10 ਤੇ ਮਲਟੀਪਲਾਈ ਕਰ ਦਾਂਗੇ ਵੈਲਿਊ ਵੁੱਡ ਬੀ 0.180 0.180 है ना ਓਕੇ ਸਰ ਓਕੇ ये देखो काइनेटिक एनर्जी रोटेशनल दी आ रही है 0.18 पाई स्क्वायर पाई दी वैल्यू 10 ले लो 0.18 into 10 इट वुड बी 1.8 जाउल ठीक है कैलकुलेशंस ने जिवें मर्जी करो ਤੁਹਾਡੀ ਮਰਜ਼ੀ ਹੈ ਬਸ ਧਿਆਨ ਨਾਲ ਕਰੋ ਫਿਰ ट्रांसलेशनल वास्ते अपने कोल मास कितना गिवन है 0.5 गिवन है v नहीं गिवन वेलोसिटी ਦਾ ਫਾਰਮੂਲਾ ਕੀ ਹੁੰਦਾ ਹੈ एनीवन लीनियर वेलोसिटी इज इक्वल टू ਲੀਨੀਅਰ ਵੈਲੋਸਿਟੀ ਦਾ ਫਾਰਮੂਲਾ ਕੀ ਹੁੰਦਾ ਹੈ V is equal to U plus 80. ਚਲੋ ਤਾਂ ਸਿੰਪਲ ਵਾਲੇ ਚ ਰੋਟੇਸ਼ਨਲ ਚ v ਤੇ ਓਮੇਗਾ ਚ ਰਿਲੇਸ਼ਨ ਜੋ ਤੁਸੀਂ ਦੱਸਿਆ ਸੀ ਉਹ ਲੀਨੀਅਰ ਮੋਸ਼ਨ ਲਈ ਸੀ v is equal to V is ਓਮੇਗਾ r omega R. ਰੇਡੀਅਸ ਕਿੰਨਾ ਹੈ 20 सेंटीमीटर
ओमेगा कितना है 6 पाई, ये बन जूगा 1.2 पाई बन गया मीटर पर सेकंड। यूनिट्स ना रट्टे मार लो, लिखण का तरीका, वेलोसिटी है, कैनेटिक एनर्जी है, वर्क डन है, सारे नाल यूनिट्स पाने जरूरी है। तो नीचे लिख रहे हैं हाफ, मास है 0.5, वेलोसिटी है 1.2 पाई दा स्केयर। देखो कितनी वैल्यू बनती है, ये बन जू अपने को 1.2 का हो जू 1.44 पाई स्केयर बाई 2 इंटू 0.5, कैलकुलेशन करके अपने को आ जूगी 0.72 इंटू 0.5 इंटू 10, ये बन जूगा 3.6 जाउल। तो अपने को ट्रांसलेशनल एनर्जी कितनी हो जूगी 3.6 जाउल। क्लीयर सारिਆਂ ਨੂੰ? ਹੁਣ मैं राइट साइड साफ कर रहा, इस उम्मीद ਦੇ ਵਿੱਚ ਕਿ ਤੁਸੀਂ ਆਲਰੇਡੀ ਨੋਟ ਕਰ ਚੁੱਕੇ ਸਾਰਾ ਕੁਝ। ठीक है, तो अपने को टोटल एनर्जी कितनी हो जूगी, एक हो जू रोटेशनल, एक हो जू ट्रांसलेशनल। रोटेशनल कितनी है 3.6 ते 3.6 सॉरी ट्रांसलेशनल है, मैं गलत लिख गया 3.6 द वैल्यू इज रोटेशनल दी है 1.8, ये 3.6, टोटल करके कितना आ जाऊगा 8 6 14 5.4 जूल। 5.4 जाऊल। अच्छा मैथड सारे ਨੂੰ समझ आ गया? यस सर। मैथड सारे ਨੂੰ क्लियर है ना? कैलकुलेशन लेंथी होणगियां पर डरना नहीं है, कैलकुलेटर चक्की चलो चली चलो, ईजी क्वेश्चन है, औखे औखे नहीं है। हाले औखे क्वेश्चन तुसीं कुछ नहीं देखे, सीरियसली कहा मैं, ये बेसिक क्वेश्चन है सिंपल वाले, बस ध्यान नाल करो, अंडरस्टैंड करो ते करी चलो। सर v इक्वल्स टू ओमेगा आर क्या है दोबारा दसियो। v इज इक्वल टू ओमेगा आर, जदों डिस्क ने रोटेट करना है, याद करो अपने कोल डिस्क है, डिस्क ने रोटेट करना है, ठीक है, तो रोटेट करके बॉडी अगे जाऊ, जद बॉडी अगे जाऊ तो v का फॉर्मूला ओमेगा आर ही लगूगा। v की अपने को लीनियर वेलोसिटी, टायर जो रोटेट करता है, जे पंखा रोटेट कर रहा है उसके कला ओमेगा है, v का उस कोई सिग्निफिकेंस नहीं है। जे टायर धरती के उत्ते रोटेट कर रहा अपना वहीकल ताई अगे मूव कर रहा है, तो उसके v वाला कंपोनेंट की है, उसकी लीनियर वेलोसिटी है, ओमेगा वाला कंपोनेंट उसकी रोटेशनल वेलोसिटी है। क्लीयर? फॉर्मूला तुसी ऑलरेडी पहला Yes, किया होया, sir. आपा ने करवाया हुआ वधिया तरीके नाल किया होया। सर ये पाई स्क्वायर 10 क्यों लेने आ? कैलकुलेटर पाई ते तो 3.14 ਹੁੰਦੀ ਹੈ। हाँ समझ लो बच्चे, पाई की वैल्यू होंगी है 3.14, जो आप दोनों का स्केयर करांगे ना वैल्यू अप्रोक्सीमेटली 9.98 समथिंग आऊ, 9.94 9.96, तो इसमें आप अप्रोक्सीमेटली 10 ले सकते हैं फॉर ईजी कैलकुलेशन। कैलकुलेशन ईजी समझनी है तो 10 ले चलो, ठीक है, जिसनों आप अप्रोक्सीमेट वैल्यूज कहने वो चीज़ है। पूछी चलिया करो जो जो तुहाडा डाउट हुंदा है, फिर नैक्सट क्वेश्चन देख लो। सचिन क्लियर है पिछला क्वेश्चन भरावा? हाँ जी सर। नैक्सट देखो फाइंड द रेशियो, हुण ये चज नाल समझो जो क्वेश्चन करवाने लग्या, रेशियो ऑफ ट्रांसलेशनल टू टोटल एनर्जी या टोटल कैनेटिक एनर्जी कह सकते हैं, ब्रैकेट्स लिख लेने, टोटल कैनेटिक एनर्जी ऑफ होलो स्फेयर रोलिंग ऑन द ग्राउंड। ਜਿਹੜਾ ਹੁਣ ਇਹਦਾ ਟੈਕਨੀਕ ਦੱਸੂਗਾ ਉਸ ਨੂੰ ਚੱਜ ਨਾਲ ਸਮਝ ਲਿਓ, ਮੂੰਹ ਜ਼ਬਾਨੀ ਆਨਸਰ ਨਿਕਲਣਗੇ ਸਾਰੇ ਕੁਐਸਚਨਾਂ ਦੇ, ਜੇ ਚੱਜ ਨਾਲ ਸਮਝੋਗੇ ਤਾਂ। ਆਪਣੇ ਕੋਲ ਸ਼ੇਪ ਕਿਹੜੀ ਹੈ ਇਸ ਦੇ ਵਿੱਚ ਪਾਰਟਿਕੂਲਰ, ਹੋਲੋਸਫੇयर, ਤਾਂ ਆਪਣੇ ਕੋਲ ਕੀ ਹੈ ਹੋਲੋਸਫੇयर ਹੈ, रोटेट कर रहा है धरती के उत्ते, रोटेट करके जा रहा अगे जा रहा, कॉमन सेंस कहती है बॉल है प्लास्टिक की हो चाहे सॉलिड हो अगे तो जाऊगी जाऊगी। हुण आपां ने फाइंड करना है कैनेटिक एनर्जी ट्रांसलेशनल बाय कैनेटिक एनर्जी टोटल, टोटल जगह ते रोटेशनल पा देना मैं। मैं अलग अलग कर दें, आप इसनूं लिख लें, एक बार लिख लें इत्थे टोटल ट्रांसलेशनल बाय टोटल, एक बार कर लें कैनेटिक एनर्जी रोटेशनल बाय टोटल। लेट्स सी किन्ने तुसी एक करके दिखाऊंगा, दूसरे वाला आंसर किन्नी स्पीड से करते हो, कॉमन सेंस आंसर है नाले।
kinetic energy translational ਦਾ ਫਾਰਮੂਲਾ ਕੀ ਹੁੰਦਾ ਹੈ ਹਾਫ mv ਸਕੁਅਰ ਸਾਰਿਆਂ ਨੂੰ ਪਤਾ ਹੈ ट्रांसलेशनल Yes, हाफ sir. mv स्क्वायर टोटल की होंगी है रोटेशनल प्लस ट्रांसलेशनल दा फॉर्मूला हाफ mv स्क्वायर प्लस रोटेशनल दा हाफ आई ओमेगा स्क्वायर क्लियर क्लियर इन्ना सारिਆਂ ਨੂੰ हाफ ऑफ Clear. कॉमन ਕੱਢ ਲਾਂਗੇ Yeah. न्यूमरेटर ਨੂੰ नहीं छेड़ना डिनोमिनेटर ਤੇ ਆ ਜਾਓ सर स्क्रीन हैंग होके चल रही है थोड़ी थोड़ी। हैंग क्यों हो रही है कभी स्क्रीन शेयरिंग बंद हो जाती है कभी वॉइस बंद हो जाती है वॉइस सेट होती है स्क्रीन हैंग हो जाती है अच्छा हैंग हो रही है कोई चक्कर नहीं विजुलाइज सही हो रहा है यस सर। कोई चक्कर नहीं Yes, ਹੁਣ sir. ਇੰਨੇ ਕਿ ਜਦਾਂ ਤੁਸੀਂ ਹਜਮ ਕਰਨਾ ਸਿੱਖ ਲਓ ਕੋਈ ਨਹੀਂ ਹਾਫ mv ਸਕੁਅਰ ਪਲਸ ਹੋਲੋਸਫੇਅਰ ਵਾਸਤੇ ਪਾਰਟਿਕੂਲਰ ਸ਼ੇਪ ਹੋਲੋਸਫੇਅਰ ਵਾਸਤੇ ਆਪਣੇ ਕੋਲ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਹੁੰਦਾ ਹੈ ਅਰੁਣ 2. ਅਰੁਣ Sir, 2/5 m². ਤੇ ਸੋਲਿਡ ਵਾਸਤੇ ਕੀ ਹੁੰਦਾ ਫਿਰ ਜੇ ਹੋਲੋ ਵਾਸਤੇ 2/5 ਹੈ ਤਾਂ ਸੋਲਿਡ ਵਾਸਤੇ ਕੀ ਹੋਊ Sir, ਉਹ ਗਲਤੀ ਨਾਲ ਬੋਲਿਆ ਗਿਆ। ਹੌਲੀ ਹੌਲੀ ਯਾਦ ਕਰਨਾ ਸਿੱਖ ਲਓ 3 ਆਪਣੇ ਨਾ ਮਾਈਕ ਮੂਈਕ ਬੰਦ ਰੱਖ ਲਿਆ ਕਰੋ ਕਿਤੇ ਇਹ ਨਾ ਹੋਵੇ ਮੈਨੂੰ ਫਿਰ ਤੁਹਾਡੇ ਮਾਈਕ ਬੰਦ ਮੈਂ ਇੱਥੇ ਆਪਣੇ ਵੱਲੋਂ ਕਰਦਾ ਮੁਸ਼ਕਿਲ ਨਾਲ ਕਲਾਸ ਕੰਟੀਨਿਊਟੀ ਬਣਦੀ ਹੈ ਵਿੱਚ ਤੁਹਾਡੀ ਆਵਾਜ਼ਾਂ ਜੀ ਆਈਆਂ ਨੇ ਬੈਕਗ੍ਰਾਉਂਡ ਦੀਆਂ ਤਾਂ ਕੁਝ ਦਿਖ ਰਿਹਾ ਤੁਹਾਨੂੰ ਵੀ ਕਿਹਦੇ ਕੋਲ ਹੁੰਦਾ ਹੈ ਓਮੇਗਾ ਦੇ ਤਾਂ v ਸਕੁਅਰ ਕਿਹਦੇ ਕੋਲ ਹੋਊਗਾ ओमेगा r स्क्वायर तो r स्क्वायर ओमेगा स्क्वायर किहदे कोल बन जू ध्यान नाल देखो इत्थे की बन रहा है 1/2 कैंसल की बचे 1/3 m r ते ओमेगा की बन जू v स्क्वायर सारिਆਂ ਨੂੰ क्लियर यस नो Yes, sir. बाकियां ਨੂੰ Yes, sir. गुड ਤਾਂ ਆਪਣੇ ਕੋਲ mb ਸਕੁਅਰ ਕਾਮਨ ਨਹੀਂ ਆ ਰਿਹਾ ਤਾਂ ਆਪਾਂ mv ਸਕੁਅਰ ਕਾਮਨ ਕੱਢ ਲਓ सर जेड़ा हुनी स्टेप कितना फिर तो दस दो। ਉੱਪਰਲਾ ਮੈਂ ਸਪੇਸ ਮਟੀਰੀਆ ਮੈਂ ਦੱਸ ਦਿੰਦਾ ਦੁਬਾਰਾ ਰਿਪੀਟ ਕਰ ਰਿਹਾ ਸਟੇਟਮੈਂਟ ਤਾਂ ਸਾਰਿਆਂ ਨੋਟ ਕਰ ਲਈ ਨਾ ਕਾਪੀ ਤੋਂ ਦੇਖ ਲਿਓ ਆਪਣੇ ਜੇ ਕੁਝ ਦੇਖਣਾ ਹੋਇਆ ਆਪਣੇ ਕੋਲ v ਕਿਹਦੇ ਕੋਲ ਹੁੰਦਾ ਹੈ ਓਮੇਗਾ r ਦੇ ਤਾਂ ਓਮੇਗਾ r ਦਾ ਸਕੁਅਰ ਕਿਹਦੇ ਕੋਲ v ਸਕੁਅਰ ਦੇ ਤਾਂ ਆਪਣੇ ਕੋਲ r ਓਮੇਗਾ ਕਿਹਦੇ ਕੋਲ ਆ v ਦੇ r ਸਕੁਅਰ ਓਮੇਗਾ ਸਕੁਅਰ ਕਿਹਦੇ ਕੋਲ ਜੋ v ਸਕੁਅਰ ਦੇ ਕਲੀਅਰ क्लियर सर। ਤਾਂ mv ਸਕੁਅਰ ਨਿਊਮਰੇਟਰ ਚੋਂ ਕਾਮਨ ਕੱਢਿਆ ਕਿੰਨਾ ਬਚਿਆ 1/2 ਡਿਨੋਮੀਨੇਟਰ ਚੋਂ ਸਰ ਹਾਂਜੀ ਸਰ ਆਪਾਂ ਨੇ ਉੱਪਰਲੇ ਸਟੈਪ ਤੇ ਸਰ r ਓਮੇਗਾ ਨਾਲ ਸਰ ਕਿਵੇਂ ਦੇ ਰਿਹਾ ਸਰ ਉਧਰ 2/3 m ਨਾਲ ਹੈ ਸਰ r ਸਕੁਅਰ ਆਹ ਵਾਲੀ ਪਾਰਟਿਕੂਲਰ ਟਰਮ ਨੂੰ ਮੈਂ ਉੱਪਰ ਲਿਖ ਰਿਹਾ ਇਹ ਬਣ ਰਿਹਾ 1/3 m r ਸਕੁਅਰ ਓਮੇਗਾ ਸਕੁਅਰ ਹੁਣ ਠੀਕ ਹੈ ਤਾਂ r ਓਮੇਗਾ ਨੂੰ ਕੀ ਲਿਖ ਲਿਆ v ਇਹ ਬਣ ਜੂ 1/3 m v ਸਕੁਅਰ ਹੁਣ ਠੀਕ ਹੈ r ਓਮੇਗਾ ਕੀ ਬਣ ਜਾਂਦਾ v ਬਣ ਜਾਂਦਾ ਇਹੀ ਚੀਜ਼ ਆਰਾਮ ਕਹਾਣੀ ਇੰਨਾ ਟਾਈਮ ਹੋ ਗਿਆ ਸਮਝਾਉਂਦੇ ਨੂੰ ਇਹਨੂੰ ਫਿਰ ਉਲਝ ਰਹੇ ਹੋ ਤੁਸੀਂ ਕਲੀਅਰ ਯੈਸ ਸਰ ਤਾਂ ਆਪਣੇ ਕੋਲ ਕੀ ਬਚਿਆ 1/2 ਨਿਊਮਰੇਟਰ ਚ ਬਚਿਆ ਡਿਨੋਮੀਨੇਟਰ ਚ ਕੀ ਬਚਿਆ 6 LCM 3 + 2 6 ਉੱਪਰ ਚਲਾ ਜਾਊਗਾ ਕੀ ਕਰੂਗਾ 3/5 ਬਣ ਗਿਆ ਚੈੱਕ ਕਰੋ ਇਹੀ ਬਣ ਰਿਹਾ Yes, sir. ਆਈ ਆ ਰਿਹਾ ਹੈ। ਹੁਣ ਫਿਰ ਨੈਕਸਟ ਵਾਲਾ ਫਾਈਂਡ ਕਰੋ ਇੱਕ ਮੈਂ ਫਾਈਂਡ ਕੀਤਾ ਦੂਸਰਾ ਤੁਸੀਂ ਫਾਈਂਡ ਕਰੋ ਫਿਰ ਮੈਂ ਮੂਜਬਾਨੀ ਦੱਸੂਗਾ ਦੇਖਣ ਦਾ ਤਰੀਕਾ 2/5 ਆ ਰਿਹਾ ਬਿਲਕੁਲ ਸਹੀ ਹੈ ਬਤ ਕਿਵੇਂ ਕੀਤਾ ਬਿਲਕੁਲ ਸਹੀ ਹੈ ਜਿਵੇਂ ਤੁਸੀਂ ਆ ਕਰ ਰਹੇ ਸੀ ਮੈਂ ਨਾਲ ਨਾਲ ਦੂਸਰਾ ਕਰ ਰਿਹਾ ਸੀ ਸਿਆਣਾ ਹੈ ਅੱਛੀ ਗੱਲ ਹੈ ਹੁਣ ਇਹਦਾ ਮੈਂ ਮੂਜਬਾਨੀ ਵੀ ਮੈਥਡ ਦੱਸੂਗਾ ਠੀਕ ਹੈ ਉਸ 'ਚ ਜੇ ਤੁਸੀਂ ਮੂਜਬਾਨੀ ਵਾਲਾ ਮੈਥਡ ਸਮਝ ਗਏ ਤੁਹਾਡੀ ਗਲਤੀ ਨਹੀਂ ਹੋਣੀ ਕੋਈ ਨੋਟ ਹੋ ਗਿਆ ਸਾਰਿਆਂ ਦਾ ਸਰ ਨੈਕਸਟ ਮੈਥਡ ਜਿਹਦਾ ਸਰ 1/3 ਦੀ ਹੋਏਗਾ ਸਰ ਬਸ 1/5 ਆ ਜਾਊਗਾ ਤੁਸੀਂ ਦੇਖੋ ਆਨਸਰ ਜਿਹੜਾ ਆਊਗਾ 2/5 ਆ ਜਾਊਗਾ
हाँ जी सर बस 1/5 लेके फिर वो कैल्शियम लेके 2/5 कर लो बच्चे कर लो। रोटेशनल हो जू हाफ सर कर रहे हैं आई ओमेगा स्केयर बाय हाफ एम वी स्केयर प्लस हाफ आई ओमेगा स्केयर सॉल्व करके आजू 2/5 सारे कर लोगे कि मैनू करके दिखाना पਊਗਾ मैनू कोई चक्कर नहीं करन च मैं कर दिना नोट कर लिया उपरला नोट कर लिया सारे ने यस सर यस किस ਦਾ सर ਪੈਂਡਿੰਗ ਤਾਂ ਨਹੀਂ ਹੈ ਮੈਂ ਨੀਚਲੇ ਵਾਲਾ ਦੁਬਾਰਾ ਕਰ ਰਿਹਾ ਠੀਕ ਹੈ ਜਿਹੜਾ 2/5 ਹੈ ਕਿਵੇਂ ਆਇਆ ਉਹ ਦੱਸ ਰਿਹਾ ਮੈਂ ਉੱਪਰ ਦੱਸ ਰਿਹਾ ਦੇਖ ਲਓ ਇਹ ਆਪਣੇ ਕੋਲ ਆ ਗਿਆ ਹਾਫ ਹਾਫ ਕਾਮਨ ਲੈ ਕੇ ਗਾਇਬ ਕਰ ਸਕਦੇ ਹਾਂ ਆਪਾਂ ਆਪਣੇ ਕੋਲ ਬਚੂ ਆਈ ਦੀ ਵੈਲਿਊ ਕੀ ਹੋਊਗੀ 2/3 m r square into omega square divide by half mv square plus half 2/3 m r square omega square ਤਨਵੀ ਕਨੈਕਟ ਨਹੀਂ ਹੋ ਰਿਹਾ ਬੱਚੇ ਤਾਂ ਆਪਣੇ ਕੋਲ r ਤੇ ਓਮੇਗਾ ਨੂੰ ਇਕੱਠੇ ਨੂੰ ਪੁੱਟ ਕਰਾਂਗੇ ਆਪਾਂ v ਵਾਲਾ ਪੋਰਸ਼ਨ ਆਪਣੇ ਕੋਲ ਹੋ ਜਾਊਗਾ ਆ ਕੈਂਸਲ 1/3 mv square by 1/2 mv square plus 1/3 mv square mv square कैंसिल हो जू ए इसको सॉल्व करके बचूगा 2/5 आ बनू आंसर पिछले वाला नोट हो गया सारे का हाँ जी सर डन डन सर ਹੁਣ ਇਹਦਾ ਮੂਜਬਾਨੀ ਦੇਖ ਲਓ ਕੀ ਹੈ ਸਿੰਪਲ ਜਿਹਾ ਆਪਣੇ ਕੋਲ ਹੋਲੋਸਫੇਅਰ ਵਾਸਤੇ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਹੁੰਦਾ ਹੁਣੀ ਦੱਸਿਆ ਸੀ ਉਸਤਾਦ 2 by 3 mr 3 mr square mr square 2/3 mr square ਯਾਦ ਹੋ ਗਿਆ ਸਾਰਿਆਂ ਨੂੰ यस सर ਹੁਣ ਦੇਖੋ ਧਿਆਨ ਨਾਲ ਇਸ ਦਾ ਮੈਂ ਸਿਰਫ 2/3 ਚੱਕ ਰਿਹਾ ਤਾਂ ਨਿਊਮਰੇਟਰ ਰਿਪਰੈਜ਼ੈਂਟ ਕਰੂ ਰੋਟੇਸ਼ਨਲ ਪਾਰਟ ਸ਼ਾਰਟਕਟ ਹੈ ਇਹ डिनोमिनेटर रिप्रेजेंट करूँ ट्रांसलेशनल पार्ट तो टोटल कितना हो जू टोटल एनर्जी कितनी होंगी है रोटेशनल प्लस ट्रांसलेशनल कितनी हो 5 2 प्लस 3 5 तो अपने को रोटेशनल बाय ट्रांसलेशनल कितना होगा ये दसो रोटेशनल बाय टोटल कितना होगा ट्रांसलेशनल बाय टोटल कितना होगा कॉमन सेंस का क्वेश्चन है सर 2 by Rotational by 2/5 रोटेशनल वाला 2 by एक एक 5 बोल लवे ਤੇ ਦੂਸਰਾ 3 by 5 तो 2 सेकंड रोटेशनल दी वैल्यू कितनी है जो तुम दिख रही है 2 टोटल दी 5 बिल्कुल सही है ट्रांसलेशनल दी 3 टोटल दी 5 5 रोटेशनल दी 2 2 ट्रांसलेशनल दी 3 आंसर खत्म 3 किन्ना औखा किन्ना सौखा है तुसी देखो अपना लॉजिक मैं सर एक्सप्लेन ये करता सॉलिड स्फीयर ਲਈ ਵੀ ਕਰ ਸਕਦੇ ਆ सारे वास्ते है सारे मतलब सारे वास्ते करके दिखाना मैं फिर कुछ पुट्ठे सीधे न्यूमेरिकल्स भी होंगे वो चीज़ तुहानू क्लैरीफाई हो जाऊगी सर ਇਹ ਤਾਂ ਜੇ ਆਬਜੈਕਟਿਵ ਤਾਂ ਤਾਂ ਕਰਾਂਗੇ ਨਾ ਸ਼ਾਰਟ ਮੈਥਡ सारे वास्ते वैलिड है उस्ताद न्यूमेरिकल काफ़ी करने हैं नोट हो गए सारे दे ਹੁਣ ਥੋੜੇ ਜਿਹੇ ਕੁਐਸਚਨ ਜੋ ਮੇਰੇ ਕੋਲ ਨੋਟਬੁੱਕ 'ਚ ਦਿੱਤੇ ਹੋਏ ਨੇ ਨੋਟਸ 'ਚ ਦਿੱਤੇ ਹੋਏ ਨੇ ਉਹ ਕਰ ਲਈਏ ਪਹਿਲਾਂ ਇਹ ਵਾਲੇ ਪ੍ਰੈਕਟਿਸ ਬਾਅਦ 'ਚ ਕਰਾਂਗੇ ਲੌਜਿਕ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਠੀਕ ਹੈ ਜਿਹੜੇ ਤੁਹਾਨੂੰ ਬੁੱਕ ਦੇ ਕੁਐਸਚਨ ਦਿੱਤੇ ਸੀ ਉਹ ਚੋਂ ਪ੍ਰੋਬਲਮ ਵੀ ਕਰਾ ਦਿਓ ਜੀ ਅੱਜ ਨਹੀਂ ਹੋਣੀ ਆ ਪੁੱਤ ਦੇਖੋ ਕੱਲ ਕੀ ਚੱਕਰ ਪੈ ਗਿਆ ਸੀ ਕੱਲ ਕੋਈ ਪ੍ਰੋਬਲਮ ਸੀਗੀ ਸਪਲਾਈ ਦੀ ਸਾਰਾ ਸਿਸਟਮ ਬੰਦ ਹੋਇਆ ਪਿਆ ਸੀਗਾ 2 ਘੰਟੇ ਲੱਗ ਗਏ ਸੀ ਉਦੋਂ ਉਸ ਟਾਈਮ ਰੀਸਟੋਰ ਤਾਂ ਕੀ ਕਰਦੇ ਅੱਜ ਪਹਿਲਾਂ ਮੈਨੇ ਜੋ ਕਲਾਸ 'ਚ ਕੰਮ ਕਰਾਉਣਾ ਪਹਿਲਾਂ ਉਹ ਕਰੋ ਕੱਲ ਕਰਾਂਗੇ ਤੁਹਾਡੇ ਬੁੱਕ ਵਾਲੇ ਪ੍ਰੋਬਲਮ ਠੀਕ ਸਰ ਸਰ ਮਿਸਕਲੇਨੀਅਸ ਪ੍ਰੋਬਲਮਸ ਕਰੀਏ ਮਿਸਲੇਨੀਅਸ ਜੇ ਤੁਹਾਡਾ ਹੋ ਜਾਂਦਾ ਹੈਗਾ ਸੋਲਵ ਪਹਿਲੇ ਵਾਲੇ ਕੁਐਸਚਨ ਫੇਰ ਕਰਨੇ ਅਦਰਵਾਈਜ਼ ਨਹੀਂ ਕਰਨੇ ਜੇ ਤੁਹਾਡੇ ਸਿੰਪਲ ਕੁਐਸਚਨ ਸਾਰੇ ਸੋਲਵ ਹੋ ਗਏ ਫੇਰ ਕਰਿਓ ਤੁਸੀਂ ਟਾਈਪ A ਕਰੋਗੇ ਮੈਂ ਕਲਾਸ ਤੋਂ ਬਾਅਦ ਦੇਖ ਕੇ ਦੱਸੂਗਾ ਕਿਹੜੀ ਡਿਸਕਸ ਹੋਊਗੀ ਹਾਲੇ ਨਹੀਂ ਮੈਂ ਕੁਝ ਦੱਸ ਰਿਹਾ
क्योंकि ਉਹਦੇ टाइप्स मैंने एक बार चेक करनी है कि ਕਿਹੜੇ ABCD ਚ ਕਿਹੜੇ नेम है। ਹੁਣ स्टेटमेंट नोट कर लो बच्चे। ਆ ਕਿਹਦੇ बैकग्राउंड ਚ कार्टून चल रहे ने? माइक अपने बंद कर लो। क्वेश्चन सारे पढ़ो, स्टेटमेंट समझो की कह रहे हो। स्टेटमेंट पढ़ ली। एक डिस्क है अपने कोल, मास ਉਹਦਾ 2 किलो, रेडियस ऑफ जाइरेशन 10 सेंटीमीटर, 10 सेंटीमीटर मतलब 0.1 मीटर। जाइरेशन ਦਾ याद है ਸਾਰਿਆਂ ਨੂੰ, ਉਹਨੂੰ ਆਪਾਂ ਸਿੰਬਲ R ਨਹੀਂ ਦੇਵਾਂਗੇ, ਕਿਹੜਾ ਸਿੰਬਲ ਦੇਵਾਂਗੇ? रेडियस ऑफ जाइरेशन ਨੂੰ K। about x is at 240 rpm, ਇੱਥੋਂ ओमेगा ਕੱਢੋ। what torque is required to bring it to rest in 5 seconds? 240 rpm ਤੋਂ ਪਹਿਲੀ ਗੱਲ ਤਾਂ ओमेगा ਦੀ ਵੈਲਿਊ ਕੀ ਬਣੂਗੀ? 2 ਪਾਈ ਫ੍ਰੀਕੁਐਂਸੀ ਕਿਵੇਂ ਕੱਢ ਸਕਦੇ ਹਾਂ ਆਪਾਂ? rpm by 60, ਸਿੱਧਾ ਹੀ ਪੁੱਟ ਕਰ ਲਓ। 2 ਪਾਈ into rpm ਕਿੰਨਾ? 240 by 60 ਕਿੰਨੀ ਹੋ ਜੂ? 8 ਪਾਈ रेडियन पर सेकेंड। सारे क्लीयर? ये होगी ओमेगा नॉट, मतलब अपने को बॉडी है, पहला ओमेगा नॉट है 8 पाई रेडियन पर सेकेंड, फिर उसकी फाइनल च जाके ओमेगा कितनी हो जूगी? क्योंकि फाइनल च जाके की हो रही है? स्टॉप हो रही है, रेस्ट। 0 बिल्कुल सही है। तो फाइनल च जाके की हो जू? ओमेगा 0। किन्ने टाइम चो? 5 सेकेंड। 50 नहीं 5 सेकेंड, ठीक है। ਆਪਾਂ ਨੇ ਕੀ फाइंड करना है? टॉर्क। टॉर्क का फॉर्मूला की होंगे? I into alpha। I इंटू अल्फा के I इंटू ओमेगा? याद रखने का तरीका देखो, रट्टा नहीं मारना। फोर्स का फॉर्मूला की होंगे? मास इंटू एक्सेलरेशन। फोर्स की जगह ते टॉर्क आ जाऊगा, मास की जगह ते आई आ जू, ए की जगह ते अल्फा। मैनू खुद नू फॉर्मूले याद नहीं रहते तो मैं परवाह नहीं करता। क्लीयर कट दसा किवें याद रहने ने? F इजिकल टू एम ए याद रख के। हुण आपां ने जे टॉर्क फाइंड करनी है, आपां नू आई भी चाहिए, अल्फा भी चाहिए। ओमेगा नॉट सारिਆਂ ਦੀ सॉल्व होगी, नोट होगी। फिर मैं मटेना Yes। स्पेस चाहिए मैनू। ओमेगा नॉट सर दोबारा सर मेरी मीटिंग हो गई थी। स्टेटमेंट रीड करो। बॉडी दी इनिशियल एंगुलर वेलोसिटी है 8 पाई रेडियन पर सेकेंड, 5 सेकेंड बाद उसने स्टॉप करना है, तो फाइनल कितनी होगी वैल्यू? 0। किन्ने टाइम बाद? 5 सेकेंड बाद। अपन ने फाइंड करना है किन्नी टॉर्क चाहिए बॉडी ਨੂੰ रोकण वास्ते, ठीक है। ਉਹਦੇ वास्ते फॉर्मूला ਹੁੰਦਾ I इंटू अल्फा। डिस्क वास्ते I ਦੀ वैल्यू कितनी होंदी है? mr स्क्वायर डिवाइड बाय, हमेशा याद रखो रोटेशन ਦੇ ਲਈ ਕਿਹੜਾ एक्सिस ਹੁੰਦਾ? z एक्सिस के x y एक्सिस? Z। रट्टा मार लो, z एक्सिस हो तो डिस्क वास्ते mr स्क्वायर बाय 2 हो। मास कितना है? 2 kg, रेडियस है 0.1 स्क्वायर बाय 2। कुछ मैंने गलती की थी, चेक करो की गलती की है। फिर अल्फा कटते हैं, लाओ दिमाग इतने, इस गलती की है मैंने, कैंसिल होके आ रहा है 0.01 kg मीटर स्क्वायर, बट मैंने गलती की है। बाकी ये देखो ओमेगा इज इक्वल टू ओमेगा नॉट प्लस अल्फा टी, कितों आया फॉर्मूला? v इज इक्वल टू u प्लस ए टी। सारे याद है? v की जगह ते ओमेगा, u की जगह ते ओमेगा नॉट, a की जगह ते अल्फा, t की जगह ते t। फाइनल वेलोसिटी कितनी है? 0। इनिशियल कितनी है? 8 पाई प्लस अल्फा अपन ने फाइंड करना, टाइम कितना? 5।
the 5 alpha comes out to be minus 8 of pi. Alpha will be minus 8 by 5 रेडियन पर सेकेंड स्केयर। अपने को आई भी आ गया, अल्फा भी आ गया, हाले भी किसी ने मैंने गलती नहीं दसी। लाओ दिमाग, कित्थे मैंने चीज जान के गलत की है। हाँ जी, ਆਪਾਂ ਨੂੰ रेडियस ऑफ जाइरेशन दिता होया, एक ने आंसर दिता सिर्फ, ਆਪਾਂ ਨੂੰ रेडियस ऑफ जाइरेशन दिता, आर नहीं दिता होया। ਤੇ ਆਪਣੇ ਕੋਲ ਜਿਹੜੀ k ਦੇ ਟਰਮ 'ਚ ਹੁੰਦੀ ਹੈ ਮੂਵਮੈਂਟ ਆਫ ਇਨਰਸ਼ੀਆ, ਉਹ ਕਿੰਨਾ ਹੁੰਦਾ ਹੈ? ਉਹ ਹੁੰਦਾ ਐਮ ਕੇ ਸਕੇਅਰ। ਉਹ ਹੁੰਦਾ ਆਪਣੇ ਕੋਲ ਐਮ ਕੇ ਸਕੇਅਰ, ਐਮ ਆਰ ਸਕੇਅਰ ਨਹੀਂ ਹੁੰਦਾ। ਤੇ ਹੋ ਜੂ 2 × 0.1 ਦਾ ਸਕੇਅਰ। ਸਾਰਿਆਂ ਨੂੰ ਕਲੀਅਰ? ਜੇ ਹੁੰਦਾ ਰੇਡੀਅਸ ਇਟ ਵੁੱਡ ਬੀ ਐਮ ਆਰ ਸਕੇਅਰ ਬਾਈ 2, ਬਟ ਰੇਡੀਅਸ ਨਹੀਂ ਹੈ, k ਹੈ, ਰੇਡੀਅਸ ਆਫ ਜਾइरेशन ਹੈ। ਤਾਂ ਇਸ ਨੂੰ ਮਲਟੀਪਲਾਈ ਕਰਕੇ ਬਣ ਜੂ 0.02 kg ਮੀਟਰ ਸਕੇਅਰ। क्लीयर सारिਆਂ ਨੂੰ? फॉर्मूले च वैल्यू पुट करो 0.02 इंटू -8 पाई बाय 5। टॉर्क दे यूनिट की उन्होंने न्यूटन मीटर। आंसर खत्म। नेगेटिव रखना है नेगेटिव रखो, पॉजिटिव रखना है पॉजिटिव रखो, आंसर दोनों सही है, कोई गड़बड़ नहीं होने लगी। क्लीयर सारिਆਂ ਨੂੰ? नेगेटिव का मतलब यही है कि इट इज़ यूज टू स्टॉप द डिस्क। नेगेटिव की शो करूँ, यूज टू स्टॉप द डिस्क। क्लियर सर। सारिਆਂ ਨੂੰ? अरुण तेरी आवाज सही नहीं आती पुत्र। ਜਿਹੜਾ ਆਪਣੇ ਕੋਲ ਫਾਰਮੂਲਾ ਹੁੰਦਾ ਹੈਗਾ ਰੇਡੀਅਸ ਆਫ ਜਾइरेशन ਵਾਸਤੇ, ਉਸ 'ਚ ਮੈਟਰ ਨਹੀਂ ਕਰਦਾ ਸ਼ੇਪ ਕੀ ਹੈ, ਮੈਟਰ ਨਹੀਂ ਕਰਦਾ ਐਕਸਿਸ ਕੀ ਹੈ, ਉੱਤੇ ਸਿਰਫ ਐਮ ਕੇ ਸਕੇਅਰ ਹੁੰਦਾ ਫਾਰਮੂਲਾ। ਹੁਣ ਵੀਡੀਓ ਬੰਦ ਹੋ ਜੂਗੀ, ਲਿੰਕ ਤੇ ਉਸੇ ਤੇ ਦੁਬਾਰਾ ਕਲਿੱਕ ਕਰਿਓ, ਓਪਨ ਹੋ ਜੂਗੀ। ਬਾਕੀ ਨੋਟ ਕਰੋ ਸਾਰੇ ਇਹ ਕੁਐਸਚਨ। ਕਲੀਅਰ ਹੈ ਸਾਰਿਆਂ ਨੂੰ? ਫਿਰ ਮੈਂ ਮਟੇਵਾਂ ਇਸ ਨੂੰ। clear sir। ਨੋਟ ਕਰ ਲਓ ਕੁਐਸਚਨ ਹੈ, ਤੇ ਕਾਟੇ ਕੂਟੇ ਨਾ ਮਾਰਿਆ ਕਰੋ ਯਾਰ, ਕਿਉਂ ਗੰਦ ਪਾਉਂਦੇ ਤੁਸੀਂ। नोट हो गया सारे का? नैक्सट क्वेश्चन लिखा मैं? आरजू क्लीयर है बच्चे? अनमोल, आरजू? हुण मैं इसनूं गायब करा, नैक्सट क्वेश्चन सिमिलर ही होगा। सिमिलर क्वेश्चन है, सेम नहीं है, सिमिलर है।
देखिए केड़ा पहला करता है, केड़ा आंसर सही करता है। करो ट्राई। ਆਪਾਂ ਨੂੰ ਸ਼ੇਪ ਦਿੱਤੀ ਹੋਈ ਹੈ ਹੋਲੋਸਫੇਅਰ ਦੀ। ਮਾਸ ਕਿੰਨਾ ਹੈ 500 ग्राम, रेडियस 30 सेंटीमीटर, 0.3 मीटर, मास 0.5 kg, आरपीएम है 1200 आरपीएम। ओमेगा नॉट का फॉर्मूला की बनू 1200 आरपीएम तो पहले आप कन्वर्ट करांगे आरपीएस 20 हर्ट्ज वुड बी फ्रीक्वेंसी, फिर ओमेगा नॉट की हो जू 2 पाई इंटू फ्रीक्वेंसी 2 पाई इंटू 20 40 पाई रेडियन पर सेकेंड। स्टेटमेंट सारा क्लीयर है कि 1200 आरपीएम तो आपने 0 आरपीएम ਤੇ ਲੈ ਕੇ ਜਾਣਾ ਬੋਡੀ ਨੂੰ 20 ਰੈਵੋਲੂਸ਼ਨਸ ਦੇ ਵਿੱਚ ਕਿੰਨੀ ਟਾਰਕ ਲੱਗੂਗੀ। ਕਿਹੜੀ ਸ਼ੇਪ ਹੈ ਹੋਲੋਸਫੇਅਰ। ਹੋਲੋਸਫੇਅਰ ਵਾਸਤੇ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਹੁੰਦਾ ਹੈ 2/3 2/3 ਹੁਣ ਇੱਥੇ ਇਹੀ ਫਾਰਮੂਲਾ ਲੱਗੂ ਕਿ mk ਸਕੁਅਰ ਲੱਗੂ ਆਪਣੇ ਆਪ ਸਮਝੋ ਸਹੀ ਫਾਰਮੂਲਾ ਲੱਗ ਸਰ ਇਹੀ ਲੱਗੂਗਾ ਬਿਕੋਜ਼ ਇਹੀ ਆਪਾਂ ਨੂੰ ਸਿੱਧੇ k ਨਹੀਂ ਰਿਸ਼ਤਾ ਦਿੱਤਾ। ਯੈਸ ਬਿਕੋਜ਼ ਆਪਾਂ ਨੂੰ k ਨਹੀਂ ਦਿੱਤਾ ਹੋਇਆ, ਆਪਾਂ ਨੂੰ r ਦਿੱਤਾ ਹੋਇਆ। ਸਾਰਿਆਂ ਨੂੰ ਕਲੀਅਰ। ਪਿਛਲੇ 'ਚ k ਦਿੱਤਾ ਹੋਇਆ ਸੀ, ਉਸ 'ਚ ਕੋਫੀਸ਼ੀਐਂਟ ਨਹੀਂ ਲੱਗਦਾ ਹੁੰਦਾ, ਉਸ 'ਚ ਇਕੱਲਾ mk ਸਕੁਅਰ ਹੁੰਦਾ ਹੈ। ਇਹਦੀ ਵੈਲਿਊ ਆ ਜੂ ਆਪਣੇ ਕੋਲ 2/3.5 0.3 ਦਾ ਸਕੁਅਰ ਕਿੰਨਾ ਬਣ ਜੂ 0.3 3 ਨਾਲ ਕੈਂਸਲ ਹੋ ਗਿਆ 1.3 ਬਣ ਰਿਹਾ। तो 0.03 बन रहा। आई की वैल्यू कितनी आ रही है सॉल्व करके सर 0.03 0.03 बन रहा ना। यस मैं अभी Yes, क्रॉस चेक कर रहा सी 0.03 बनूगा। हुण अपने कोल इनिशियल बॉडी मूव कर रही है ओमेगा नॉट है 40 पाई रेडियन पर सेकेंड, फाइनल च कितनी हो जाएगी 0 की गिवन है आपां नूं रेवोल्यूशनस। एक रेवोल्यूशन च कितना एंगल होंदा है, एक बार चक्कर मारदा है कितना एंगल कवर 360 बिल्कुल सही है। रेडियन दे विच कितना हो 2 pi 2/, 20 रेवोल्यूशन च कितना हो जू 40 pi 40 तो अपने कोल थीटा दी वैल्यू कितनी आ गई 40 पाई रेडियंस। radians हुण अपने कोल ओमेगा नॉट है, ओमेगा है, थीटा है, की फाइंड करना आपां ने। स्टेटमेंट नोट कर ली सारे ने yeah क्योंकि फिर मैनू स्पेस चाहिए है, चीज़ां मटेनियां पैंदियां ने स्पेस बनाने लई। अपने कोल फॉर्मूला की लगू अगेन एफ इज इक्वल टू एम इंटू ए टॉक की इक्वल हो जू आई इंटू अल्फा। आई की वैल्यू कितनी है 0.03। अल्फा की वैल्यू किवें कड्डांगे आपां एनीवन एल्स कोई भी दस सके इत्थे फॉर्मूला लगा देने हैं। सर सर ओमेगा इज इक्वल टू ओमेगा नॉट प्लस अल्फा टी। टी तो है ही नहीं बच्चे, रोटेशन के फॉर्मूले ना याद करो। सुन लो सुन लो 2 alpha theta सुन लो उस्ताद गगन, मैं कुछ कह रहा लीनियर 40 पाई रहा लीनियर दो फॉर्मूला, लीनियर वाले फॉर्मूले टी नहीं है इस च
ਧਿਆਨ ਦਿਓ ਟਾਈਮ ਨਹੀਂ ਹੈ ਤਾਂ ਕਿਹੜਾ ਲਗਾ ਸਕਦੇ ਹਾਂ v² - u² 2as v ਦੀ ਜਗ੍ਹਾ ਤੇ ਓਮੇਗਾ ਸਕੁਅਰ u ਦੀ ਜਗ੍ਹਾ ਤੇ ਓਮੇਗਾ ਨॉट 2 ਅਲਫਾ ਥੀਟਾ ਇਹਦੇ ਵਿੱਚ ਲਗਾ ਦਿਓ ਹੁਣ ਨਿਚਲਾ ਫਾਰਮੂਲਾ ਮੈਨੂੰ ਯਾਦ ਨਹੀਂ ਰਹਿੰਦਾ ਮੈਂ ਬਾਰ-ਬਾਰ ਕਹਿ ਰਿਹਾ ਮੈਂ ਤੁਹਾਨੂੰ ਉਮੀਦ ਕਰਦਾ ਤੁਸੀਂ ਉੱਪਰਲਾ ਫਾਰਮੂਲਾ ਯਾਦ ਰੱਖੋ ਆ ਵਾਲਾ ओमेगा स्क्वायर कितना है 0 ओमेगा नॉट कितना है 40/2 अल्फा फाइंड करना है थीटा कितना है 40/, अल्फा कितना आज सॉल्व करके अल्फा कितना आजू -40π इंटू 40π डिवाइड बाई 2 इंटू 40π कितना आ गया -20π यूनिट्स क्या आएंगे रेडियन पर सेकेंड स्क्वायर हुण आ वाली वैल्यू ਨੂੰ ਇੱਥੇ ਪੁੱਟ ਕਰੋ -20π ਤਾਂ ਕਿੰਨਾ ਆਜੂ -0.6π न्यूटन मीटर टॉर्क कितना आ गया -0.6π न्यूटन मीटर ये हो गया 3/100 इंटू 20 सॉल्व करके बन जू -0.6π न्यूटन मीटर माइनस लिखना लिखो नहीं लिखना ना लिखो ਤੁਹਾਡੀ ਇੱਛਾ है कोई मार्क्स नहीं कटे जाने बट की सारिਆਂ ਨੂੰ मैथड समझ आया नो डाउट क्वेश्चन लेंथी है बट ईजी है ईजी है मेरे अकॉर्डिंग ईजी है अनमोल बोल लिया करो कुछ यस नो बच्चे सिमरन सोनाक्षी पलक आरजू महक बथेरे जवाक होंदे हो तुसी कोई बोलदा ही नहीं लेट्स सी नेक्स्ट वाले क्वेश्चन च किन्ना तुसी दिमाग ला सकदे हो a solid sphere is least last question है from top find first part velocity at ground second part time to reach ground third part acceleration down the inclined plane करो नोट सब तो पहला वेलोसिटी फाइंड करनी है कंसैप्ट कोई लगा सकता है केड़ा लग सकता अपने को किसी का दिमाग काम कर रहा होवे कि केड़ा कंसैप्ट आप यूज कर सकते हैं इत्थे सब तो सौखा कंसैप्ट पहले h फाइंड करांगे एच एच का 10 नहीं है बच्चे डिस्टेंस ए बी फाइंड करने को कह रहे हो चलो ठीक है हाँ जी और कोई एनीवन एल्स फाइम दानिश जशन सचिन तन्वी बॉडी रोल कर रही है बोल है रोल करके जाओ नीचे अरे ए बी फाइंड करेंगे चलो ए बी फाइंड करना जे ए बी नहीं फाइंड करना फोर्थ यूनिट च ਆਪਾਂ ਕੀ ਕਰਦੇ ਸੀਗੇ ਵਰਕ એનર્ਜੀ ਪਾਵਰ ਵਾਲੇ ਚੈਪਟਰ ਚ ਵੈਲੋਸਿਟੀ ਕਿਵੇਂ ਫਾਈਂਡ ਕਰਦੇ ਸੀਗੇ ਕੋਈ ਬੋਡੀ ਨੀਚੇ ਆਂਦੀ ਸੀ ਜੇ
ਕੋਈ ਬੋਡੀ ਨੀਚੇ ਆਂਦੀ ਸੀ ਤਾਂ ਉਹਦੀ ਵੈਲੋਸਿਟੀ ਕਿਵੇਂ ਫਾਈਂਡ ਕਰਦੇ ਆ ਆਪਾਂ? ਭੁੱਲ ਗਏ? ਪੁਆਇੰਟ A ਤੇ ਪੁਆਇੰਟ B ਤੇ એનર્ਜੀ ਕੰਜ਼ਰਵ ਕਰੋ। ਟੋਟਲ એનર્ਜੀ ਐਟ A ਇਜ਼ ਇਕੁਅਲ ਟੂ ਟੋਟਲ એનર્ਜੀ ਐਟ B। ਇਸ ਨਾਲ ਤੁਹਾਡੇ ਸਾਰੇ ਆਨਸਰ ਨਿਕਲ ਜਾਣਗੇ। ਹੁਣ A ਤੇ ਕਿਹੜੀ એનર્ਜੀ, ਟੌਪ ਤੇ ਕਿਹੜੀ એનર્ਜੀ ਹੁੰਦੀ ਇਕੱਲੀ? B ਤੇ ਕਿਹੜੀ ਹੋਊ ਇਕੱਲੀ? ਬਾਟਮ ਤੇ ਕਿਹੜੀ ਹੁੰਦੀ ਹੈ? ਕੱਲੀ ਕੈਨੇਟਿਕ। ਕੈਨੇਟਿਕ ਹੁਣ ਕਿਹੜੇ ਵਾਲੀ ਹੋਊਗੀ? ਇੱਕ ਰੋਟੇਸ਼ਨਲ ਹੋ ਜੂ, ਇੱਕ ਹੋ ਜੂ ਆਪਣੇ ਕੋਲ ਕਿਹੜੇ ਵਾਲੀ? ਟਰਾਂਸਲੇਸ਼ਨਲ। ਸਟੈਪ ਸਮਝ ਰਹੇ ਹੋ? ਕੈਨੇਟਿਕ એનર્ਜੀ ਰੋਲਿੰਗ ਦੇ ਕਾਰਨ ਦੋ ਪਾਰਟਸ ਚ ਡਿਵਾਈਡ ਹੁੰਦੀ ਹੈ, ਇੱਕ ਰੋਟੇਸ਼ਨਲ ਤੇ ਇੱਕ ਟਰਾਂਸਲੇਸ਼ਨਲ। ਠੀਕ ਹੈ। ਹੁਣ ਰੋਟੇਸ਼ਨਲ ਦਾ ਫਾਰਮੂਲਾ ਹਾਫ I ਓਮੇਗਾ ਸਕੇਅਰ। ਟਰਾਂਸਲੇਸ਼ਨਲ ਦਾ ਪਤਾ ਲੱਗ ਰਿਹਾ ਹੈ? ਪਤਾ ਲੱਗ ਰਿਹਾ ਸਾਰਿਆਂ ਨੂੰ? ਕਰ ਕੀ ਰਹੇ ਆਪਾਂ? ਟੌਪ ਤੇ ਹਮੇਸ਼ਾ ਹੁੰਦੀ ਹੈ ਪੋਟੈਂਸ਼ੀਅਲ એનર્ਜੀ, ਬਾਟਮ ਤੇ ਹਮੇਸ਼ਾ ਹੁੰਦੀ ਹੈ ਕੈਨੇਟਿਕ એનર્ਜੀ। ਜਦੋਂ ਬੋਡੀ ਰੋਲ ਕਰਦੀ ਹੈ ਤਾਂ ਕੈਨੇਟਿਕ ਦੋ ਟਾਈਪ ਦੀ ਹੋ ਜਾਂਦੀ ਹੈ, ਇੱਕ ਰੋਟੇਸ਼ਨਲ ਤੇ ਇੱਕ ਲੀਨੀਅਰ, ਜਿਸ ਨੂੰ ਆਪਾਂ ਟਰਾਂਸਲੇਸ਼ਨਲ ਵਰਡ ਵੀ ਯੂਜ਼ ਕਰਦੇ ਹਾਂ। ਤਾਂ ਇੱਥੇ ਰੋਟੇਸ਼ਨਲ ਤੇ ਟਰਾਂਸਲੇਸ਼ਨਲ ਨੂੰ ਇਕੱਠਾ ਕਰਤਾ। ਪੋਟੈਂਸ਼ੀਅਲ એનર્ਜੀ ਕਿਹਦੇ ਇਕੁਅਲ ਹੋ ਜੂ? mgh ਦੇ। ਕਰੋ ਸੋਲਵ, ਦੇਖੋ ਕੀ ਆਉਂਦਾ ਆਂਸਰ। ਇਸ ਸਾਈਡ ਸੋਲਵ ਕਰਦੇ ਹਾਂ। mgh is equal to ਹਾਫ ਸੋਲਿਡ ਸਫੇਅਰ ਵਾਸਤੇ I ਦੀ ਵੈਲਿਊ, ਬੋਡੀ ਸੋਲਿਡ ਸਫੇਅਰ 2/5 mr ਸਕੇਅਰ into omega ਸਕੇਅਰ plus half mv ਸਕੇਅਰ। ਇਹੀ ਬਣਦਾ ਫਾਰਮੂਲਾ। 1/2 ਨਾਲ 2 ਕੈਂਸਲ, ਬਚਿਆ 1/5। r ਤੇ ਓਮੇਗਾ ਇਕੱਠੇ ਹੋ ਕੇ ਕੀ ਬਣ ਜਾਣਗੇ? r and omega would be v square plus half mv square। हो गया सॉल्व? ਹੁਣ mv square कॉमन, अंदर की बचा 1/5 plus 1/2। m नाल m कैंसल, v square 10 LCM आ गया 2 plus 5 gh। ਹੁਣ ਤੁਹਾਨੂੰ ਪ੍ਰੋਪਰ ਵਿਜ਼ੀਬਲ ਹੋ ਜਾਊਗਾ। ਤੇ ਬਣ ਜੂ v square into 7/10 ਕਿਹਦੇ ਇਕੁਅਲ ਹੈ? gh। v ਕਿਹਦੇ ਇਕੁਅਲ ਹੋ ਜੂ? ਅੰਡਰ ਆਫ 10 gh/7। ਪਤਾ ਲੱਗ ਗਿਆ ਸਾਰਿਆਂ ਨੂੰ ਕੀ ਕੀਤਾ ਆਪਾਂ ਨੇ? ਪਤਾ ਲੱਗਿਆ ਕਿ ਨਹੀਂ ਲੱਗਿਆ? ਦੁਬਾਰਾ ਐਕਸਪਲੇਨ ਕਰਨਾ ਪਊ ਮੈਨੂੰ। डन सर, आ गया समझ। दानिश ਨੂੰ क्लियर है? बाकी भी कंफर्म करो मैनू। क्लियर सर। फाइम ਨੂੰ क्लियर? सर। यस सर। पलक? हाँ जी। यस सर। दूसरे सर ਜੇ ਆਪਾਂ ਦੂਸਰੇ ਫਾਰਮੂਲੇ ਨਾਲ ਕਰਦੇ ਹਾਂ ਤਾਂ ਕਿਵੇਂ ਹੋਊਗਾ? ਉਹ ਤਾਂ ਉਹਦੇ ਚ ਚੰਗੀ ਬਣਨੀ। ਉਹਦੇ ਚ ਆਪਾਂ ਕਰ ਨਹੀਂ ਸਕਦੇ ਬੱਚੇ, ਨਹੀਂ ਹੋਣਾ ਉਸ ਚ। ਪਤਾ ਕਿਉਂ? ਉਹਦੇ ਚ ਆਪਾਂ ਇਨਕਲਾਈਨਡ ਪਲੇਨ ਆ ਲੈ ਲਿਆ, ਬੋਡੀ ਆਪਾਂ ਕਹਿੰਦੇ ਹੁੰਦੇ ਸਲਾਈਡ ਕਰੀਏ, ਯਾਦ ਹੈ ਸਾਰਿਆਂ ਨੂੰ? ਉਹ ਕਰਦੇ ਹੁੰਦੇ ਸਲਾਈਡ, ਜਿਸ ਚ ਆਪਾਂ ਜੀ ਸਾਈਨ ਥੀਟਾ ਲੈਂਦੇ ਸੀ। ਇਸ ਦੇ ਵਿੱਚ ਆਪਾਂ ਉਸ ਫਾਰਮੂਲੇ ਨਾਲ ਨਹੀਂ ਕਰ ਸਕਦੇ ਕਿਉਂਕਿ ਇਸ ਚ ਰੋਟੇਟ ਵੀ ਕਰ ਰਹੀ ਹੈ। ਇੱਕ ਤਾਂ मूव कर रही है ये क्योंकि A तो B जाता रही है बॉडी, बट रोटेट ਹੁੰਦੀ ਜਾ ਰਹੀ ਹੈ। ਆਪਾਂ ਉਹ ਫਾਰਮੂਲਾ ਨਹੀਂ ਯੂਜ਼ ਕਰ ਸਕਦੇ। ਇਹਦੇ G ਤੇ H ਦੀ ਵੈਲਿਊ ਪੁੱਟ ਕਰ ਲਓ, ਆਪਣੇ ਕੋਲ ਆਂਸਰ ਆ ਜਾਊਗਾ। G ਦੀ 10 ਕਰ ਲਓ, H ਦੀ 10 ਕਰ ਲਓ, ਡਿਵਾਈਡ ਬਾਈ 7 ਕਰ ਲਓ, ਸਾਰੇ ਦਾ ਅੰਡਰ ਕਰ ਲਓ, V ਆ ਜਾਊ। ਜੋ ਵੀ ਆਊਗਾ ਆਂਸਰ ਤੁਹਾਡਾ ਆਂਸਰ ਹੋ। ਤਾਂ ਆਪਣੇ ਕੋਲ ਫਸਟ ਪਾਰਟ ਹੋ ਗਿਆ ਸੋਲਵ, ਸੈਕਿੰਡ ਪਾਰਟ ਟਾਈਮ ਹੈ, ਥਰਡ ਪਾਰਟ ਐਸੋਲੇਸ਼ਨ ਹੈ। ਹੁਣ ਮੈਂ ਕੁਐਸਚਨ ਰਬ ਕਰ ਰਿਹਾ। ਸਰ H 10 ਨਹੀਂ ਰਹੂਗੀ ਤੇ H ਹੁੰਦੀ ਹੈ ਹਾਈਟ ਫਰੋਮ ਗਰਾਊਂਡ। A ਤੇ B ਦੇ ਵਿਚਕਾਰ ਵਰਟੀਕਲ ਹਾਈਟ ਕਿੰਨੀ ਹੈ? ਸਟੈਪ ਸਮਝੋ। H ਹੁੰਦੀ ਹੈ ਗ੍ਰੈਵਿਟੀ ਲੈਣੇ ਆਪਾਂ, ਗ੍ਰੈਵਿਟੀ ਲੈਣੇ ਵਿਦ ਰਿਸਪੈਕਟ ਟੂ ਗਰਾਊਂਡ। ਤਾਂ ਗਰਾਊਂਡ ਦੇ ਵਿਦ ਰਿਸਪੈਕਟ ਟੂ ਪੁਆਇੰਟ A ਦੀ ਹਾਈਟ ਕਿੰਨੀ ਹੈ? ਦੈਟ ਇਜ਼ 10 ਮੀਟਰ। ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ। ਇਹ 'ਚ AB ਡਿਸਟੈਂਸ ਨਹੀਂ ਲੈਣਾ, ਇਹ 'ਚ ਕਿਹੜਾ ਡਿਸਟੈਂਸ ਲੈਣਾ ਆਪਾਂ ਨੇ? ਹਾਈਟ ਫਰੋਮ ਦਾ ਗਰਾਊਂਡ। ਕਲੀਅਰ? ਫਿਰ ਸੈਕਿੰਡ ਪਾਰਟ ਫਾਈਂਡ ਕਰਨਾ ਸੀ ਟਾਈਮ। ਟਾਈਮ ਕਿਵੇਂ ਕੱਢ ਸਕਦੇ ਆਪਾਂ? S इज इक्वल टू ut प्लस हाफ AT स्केयर लगा लो या एसोलेशन। पहला ਆਪਾਂ थर्ड पार्ट सॉल्व करते हैं एसोलेशन वाला। ਆਪਾਂ ਨੂੰ V ਪਤਾ ਹੈ B ਤੇ ਕਿੰਨੀ ਹੈ, ਟੌਪ ਤੇ V ਕਿੰਨੀ ਹੈ? 0।
ठीक है। ਹੁਣ AB ਕੱਢੋ, ਹੁਣ ਟ੍ਰਾਇੰਗਲ ਲਵਾਂਗੇ ABC। ਹੁਣ ਇੱਥੇ ਯੂਜ਼ ਹੋਊਗਾ, ਇੱਕ ਵਾਰ ਵੈਲੋਸਿਟੀ ਫਾਈਂਡ ਕਰ ਲਈ, ਬਾਕੀ ਸਾਰੇ ਉਹੀ ਫਾਰਮੂਲੇ। sin 30 ਇਜ਼ ਇਕੁਅਲ ਟੂ, ਨਾਲ ਨਾਲ ਨੋਟ ਕਰੀ ਚਲੋ, h ਡਿਵਾਈਡ ਬਾਈ AB। h ਕਿੰਨਾ 10 ਡਿਵਾਈਡ ਬਾਈ AB। sin 30 ਕਿੰਨਾ 1/2 ਤੇ AB ਕਿੰਨਾ ਹੋ ਜੂ 20 ਮੀਟਰ। ਤਾਂ ਆਪਣੇ ਕੋਲ VB ਦੀ ਵੈਲਿਊ ਦੇਖਿਓ ਕਿੰਨੀ ਆ ਰਹੀ ਪੁੱਤ, 1000 ਡਿਵਾਈਡ ਬਾਈ 7 ਦਾ ਅੰਡਰ। sin 31/√2 ਨਹੀਂ ਆਣਾ ਫਿਰ? ਕਾਕਾ ਜੀ sin 30 1/2 ਹੁੰਦਾ, sin 45 1/√2 ਹੁੰਦਾ। +1 ਚ ਇੰਨੇ ਸਾਰੇ ਕੁਐਸਚਨ ਕਰ ਲਏ ਯਾਰ, ਫਿਰ ਤੁਸੀਂ ਉਲਝ ਜਾਂਦੇ ਹੋ। ਤਾਂ VB ਦੀ ਵੈਲਿਊ ਆ ਰਹੀ ਹੈ 11.95, ਠੀਕ ਹੈ। ਤਾਂ ਆਪਾਂ ਇਕੁਏਸ਼ਨ ਲਗਾ ਦਿੰਦੇ ਹਾਂ, V² ਮਾਈਨਸ U² ਇਜ਼ ਇਕੁਅਲ ਟੂ 2AS। V ਕਿੰਨਾ 11.95 ਦਾ ਸਕੇਅਰ ਮਾਈਨਸ 0 ਸਕੇਅਰ 2, ਐਸਲੇਸ਼ਨ ਫਾਈਂਡ ਕਰਨੀ ਹੈ। ਡਿਸਟੈਂਸ ਕਿੰਨਾ ਇਹਦਾ 20 ਮੀਟਰ। ਐਸਲੇਸ਼ਨ ਇੱਥੋਂ ਕੱਢੋ, ਇਹ ਬਣ ਜੂ ਡਿਵਾਈਡ ਬਾਈ 40, V² ਬਾਈ 40। acceleration is coming out to be 3.57 meter per second square। ਆ ਰਹੀ ਹੈ ਵੈਲਿਊ ਸਾਰਿਆਂ ਦੀ? ਸਟੈਪ ਕਲੀਅਰ। ਪਹਿਲਾਂ ਆਪਾਂ ਨੇ ਵੈਲੋਸਿਟੀ ਕੱਢੀ ਵਿਦ ਬਾਈ ਕੰਜ਼ਰਵਿੰਗ ਦਾ એનર્ਜੀ, ਫਿਰ ਆਪਾਂ ਨੇ ਐਸਲੇਸ਼ਨ ਕੱਢੀ ਬਿਟਵੀਨ A ਐਂਡ B, ਫਿਰ ਆਪਾਂ ਨੇ ਕਰਨਾ ਟਾਈਮ। ਫਾਰਮੂਲਾ ਕੀ ਲੱਗੂ, V ਇਜ਼ ਇਕੁਅਲ ਟੂ U + AT। ਸੈਕਿੰਡ ਪਾਰਟ ਹੁਣ ਕਰਦੇ ਹਾਂ ਆਪਾਂ। V ਕਿੰਨਾ 11.95, U ਕਿੰਨਾ 0, ਐਸਲੇਸ਼ਨ ਕਿੰਨੀ ਹੈ 3.57, टाइम इथों कढ़ लो, टाइम आजू 11.95 डिवाइड बाय 3 पॉइंट समथिंग 3.57, टाइम आ रहा है 3.34 सेकेंड। आ बन गया अपने को टाइम टू रीच द ग्राउंड। क्लीयर सारिਆਂ ਨੂੰ? लेंथी क्वेश्चन 11.95 ਕਿਵੇਂ ਆਈ ਸਰ ਵੈਲਿਊ? 11.95 ਇਸ ਪੋਰਸ਼ਨ ਤੋਂ ਆਈ, ਆ ਵਾਲੀ ਬੱਚੇ, ਆ VB ਕੱਢਿਆ ਆਪਾਂ ਨੇ, ਇਸ ਨੂੰ ਸੋਲਵ ਕਰਕੇ ਕਿੰਨਾ ਆ ਗਿਆ 11.95, ਠੀਕ ਹੈ। 11.95 ਆਪਾਂ ਨੇ ਇਸ ਪਾਰਟਿਕੂਲਰ ਫਾਰਮੂਲੇ 'ਚ ਪੁੱਟ ਕੀਤਾ, ਐਸਲੇਸ਼ਨ ਕਿੰਨੀ ਆ ਗਈ 3.57। ਐਸਲੇਸ਼ਨ ਨੂੰ ਯੂਜ਼ ਕਰਕੇ V ਇਜ਼ ਇਕੁਅਲ ਟੂ U + AT ਲਗਾਇਆ ਤਾਂ ਉੱਥੋਂ ਟਾਈਮ ਆ ਗਿਆ 3.34 ਸੈਕਿੰਡ। ਨੋਟ ਕਰ ਲਓ, ਆਰਾਮ ਨਾਲ ਨੋਟ ਕਰ ਲਓ, ਕੋਈ ਚੱਕਰ ਨਹੀਂ ਹੈ, ਬਟ ਸਮਝ ਕੇ ਕਰੋ ਐਟਲੀਸਟ, ਹੋਰ ਕੁਛ ਨਹੀਂ। Clear to all? Yes sir, clear. Clear sir. ਨੋਟ ਕਰ ਲਿਆ ਸਾਰਿਆਂ ਨੇ? ਯੈਸ ਸਰ। ਚਲੋ ਬਾਕੀ ਆਪਾਂ ਕੱਲ ਕਰਾਂਗੇ ਡਿਸਕਸ। ਕੱਲ ਹੈਗੀਆਂ ਇੱਕ ਦੋ ਚੀਜ਼ਾਂ ਡਿਸਕਸ ਕਰਨ ਵਾਲੀਆਂ, ਬਾਕੀ ਬੁੱਕ ਵਾਲੇ ਕੁਐਸਚਨ ਵੀ ਡਿਸਕਸ ਕਰਨੇ ਆਪਾਂ ਨੇ। ਗੁੱਡ ਈਵਨਿੰਗ ਟੂ ਆਲ। Good evening.